न्यूज़ 18 पंजाब हरियाणा वेख रहे दर्शकों का स्वागत है। मैं हाँ गगनदीप चौहान। वक्त है दिन के 2 बजे का ते इस वेले अस तुहानूं दसदे हां दिन दीयां 5 वड्डियां खबरां जिहड़ियां तुहानूं जाणनियां जरूरी ने। सब तो पहले शुरुआत करते हैं 5वीं वड्डी खबर दे नाल। कांग्रेस के साबका विधायक दलवीर गोल्डी तो अज पुछगिछ नहीं हुई है। विजिलेंस दफ्तर दे विच हाजरी लगवा के गोल्डी वापस मुड़ गए। 5वीं वड्डी खबर 2 बजे दी। साबका विधायक दलवीर गोल्डी दे नाल अज विजिलेंस दफ्तर दे विच पुछगिछ नहीं हुई। हाजरी लवा के गोल्डी वापस मुड़ गए। डीएसपी दे ना होने ते पुछगिछ नहीं हुई। गोल्डी ने कहा जदों विजिलेंस बुलावेगी मुड़ पेश होवांगा। गोल्डी ने यह भी दावा किया है मैं हर तरीके नाल सहयोग करांगा। विजिलेंस ने सदा दिता सीगा दलवीर गोल्डी नूं ते विजिलेंस डीएसपी दे ना होने ते मेरे तो कुछ नहीं पूछा। गोल्डी ने कहा जदों विजिलेंस बुलावेगी मुड़ पेश होवांगा। मैं हर तरीके की जांच लई तैयार हां। दलवीर गोल्डी ने यह दावा किया है। डिप्टी साहब ਨੂੰ ਕੋਈ ਅਰਜੈਂਸ ਕੋਈ ਉਹਨਾਂ ਦਾ ਕਿਤੇ ਜਾਣਾ ਪੈ ਗਿਆ ਉਹਨਾਂ ਨੂੰ ਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਅੱਜ ਜਾਂ ਕੱਲ ਅਸੀਂ ਦੁਬਾਰਾ ਬੁਲਾਵਾਂਗੇ ਤੇ ਜੋ ਵੀ ਇਹ ਮੇਰੇ ਤੋਂ ਪੁੱਛਣਾ ਚਾਹੁੰਦੇ ਨੇ ਖੁੱਲੀ ਕਿਤਾਬ ਵਾਂਗੂ ਆ ਹਰ ਇੱਕ ਚੀਜ਼ ਬਿਲਕੁਲ ਕਿਉਂਕਿ ਜਦੋਂ ਤੁਸੀਂ ਆਪੋਜੀਸ਼ਨ 'ਚ ਹੁੰਨੇ ਹੋ ਜਦੋਂ ਤੁਸੀਂ ਨੇ ਇੱਕ ਮੁੱਖ ਮੰਤਰੀ ਦੇ ਅਗੇਂਸਟ ਇਲੈਕਸ਼ਨ ਲੜੀ ਹੋਵੇ ਤਾਂ ਫਿਰ ਇੰਨੇ ਕ ਇਹ ਚੀਜ਼ਾਂ ਤੁਹਾਨੂੰ ਚੱਲਣੀਆਂ ਪੈਂਦੀਆਂ ਨੇ ਤੇ ਮੈਂ ਹਮੇਸ਼ਾ ਹੀ ਜਿਹੜਾ ਕਾਨੂੰਨ ਦੇ ਪੱਖ 'ਚ ਖੜ ਕੇ ਉਹਨਾਂ ਦਾ ਜੋ ਵੀ ਮੇਰੇ ਤੋਂ ਉਹਨਾਂ ਨੇ ਪੁੱਛਣਾ ਹੋਊਗਾ ਤੇ ਮੈਂ ਉਹਦੇ ਲਈ ਹਰ ਜਾਂਚ ਲਈ ਤਿਆਰ। ਤੁਸੀਂ ਕਿਸੇ ਪ੍ਰਕਾਰ ਦਾ ਕੋਈ ਦਸਤਾਵੇਜ਼ ਇਹਨਾਂ ਨੂੰ ਸੌਂਪਿਆ ਜਾਂ ਅੱਜ ਇਹਨਾਂ ਨੇ ਤੁਹਾਨੂੰ ਕੁਝ ਦਿੱਤਾ ਹੋਵੇ ਦੱਸਿਆ ਹੋਵੇ ਵੀ ਕੀ ਹੈ ਕੀ? ਹਾਂ ਮੈਂ ਅੱਜ ਇਹਨਾਂ ਤੋਂ ਇਹ ਪੁੱਛਣ ਦੀ ਕੋਸ਼ਿਸ਼ ਕਰੀ ਵੀ ਉਹ ਕੰਪਲੇਂਟ 'ਚ ਹੈਗਾ ਕੀ ਆ ਬਟ ਉਹ ਕਹਿੰਦੇ ਵੀ ਤੁਸੀਂ ਇਸ ਤੋਂ ਬਾਅਦ ਕਿਉਂਕਿ ਇੱਥੇ ਡਿਪਟੀ ਸਾਹਿਬ ਤਾਂ ਹੈ ਹੀ ਨਹੀਂ ਉਹ ਕਹਿੰਦੇ ਜੀ ਵੀ ਕੱਲ ਨੂੰ ਜਾਂ ਪਰਸੋਂ ਨੂੰ ਤੁਹਾਨੂੰ ਦੁਬਾਰਾ ਬੁਲਾਵਾਂਗੇ ਤਾਂ ਉਸ ਦਿਨ ਤੁਹਾਨੂੰ ਸਾਰੀ ਜਾਣਕਾਰੀ ਦੇ ਦਾਂਗੇ। ਯਾਨੀ ਕਿ ਅੱਜ ਤੁਸੀਂ ਹਲੇ ਤੱਕ ਬੇਰੰਗ ਵਾਪਸ ਜਾ ਰਹੇ ਹੋ ਜੀ? ਬਿਲਕੁਲ ਬਿਲਕੁਲ। ਤੁਹਾਨੂੰ ਇਸ ਚੀਜ਼ सो एक्शन जारी है ते कतार लंबी है। कुलदीप वैद कांग्रेस के विधायक रहे ने उन्हां ते परतिंदर सिंह चाहल कैप्टन अमरिंदर सिंह के करीबी रहे ने किसी वेले उन्हां नूं विजिलेंस ने सद्या आमदन तो वध जायदाद का केस 23 मार्च नूं मुड़ सद्या। दलवीर गोल्डी अज पुछगिछ लई तलब किया सीगा पुछगिछ नहीं हुई है हुण दोबारा जाणगे। उन्होंने कहा कि वो सहयोग करते रहेंगे। सो कतार लंबी है। ब्रह्म मोहिंद्रा कांग्रेस सरकार वेले मंत्री रहे ने मोहाली दफ्तर दे विच कल सद्या है। पुछगिछ दे लई विजिलेंस ने वख-वख ना ਜਿਹੜੇ ਵਿਜੀਲੈਂਸ ਦੀ ਰਡਾਰ ਤੇ ਨੇ ਵਿਜੇਂਦਰ ਸਿੰਗਲਾ ਕਾਂਗਰਸ ਦੇ ਸਰਕਾਰ ਦੇ ਵਿੱਚ ਮੰਤਰੀ ਰਹੇ ਸੰਗਰੂਰ ਦਫ਼ਤਰ ਦੇ ਵਿੱਚ ਕੱਲ ਦੇ ਦਿਨ ਜਿਹੜਾ ਹੈਗਾ ਸੱਦਿਆ ਉਹਨਾਂ ਨੂੰ ਪੁੱਛਗਿੱਛ ਦੇ ਲਈ। ਕੁਲਦੀਪ ਵੈਦ ਦੇ ਘਰੇ ਰੇਡ ਹੋਈ ਸੀ ਉਸ ਤੋਂ ਬਾਅਦ ਉਹਨਾਂ ਨੂੰ ਤਲਬ ਕੀਤਾ ਗਿਆ ਹੈ। ਵਿਜੀਲੈਂਸ ਨੇ ਜਿਹੜੀ ਕਾਰਵਾਈ ਕੀਤੀ ਸੀ। ਚਰਨਜੀਤ ਕੌਸ਼ਲ ਮੇਰੇ ਸਹਿਯੋਗੀ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਵਧੇਰੀ ਜਾਣਕਾਰੀ ਲੈ ਲੈਣੇ ਆ। ਚਰਨਜੀਤ ਅੱਜ ਦਲਵੀਰ ਗੋਲਡੀ ਦੇ ਨਾਲ ਪੁੱਛਗਿੱਛ ਨਹੀਂ ਹੋਈ ਹੈ ਮੁੜ ਸੱਦਿਆ ਗਿਆ ਉਹਨਾਂ ਨੂੰ ਹੁਣ ਪੁੱਛਗਿੱਛ ਦੇ ਲਈ। ਬਿਲਕੁਲ ਗਗਨ ਤੁਹਾਨੂੰ ਦੱਸ ਦਈਏ ਕਿ ਵਿਜੀਲੈਂਸ ਦਾ ਜਿਹੜਾ ਸ਼ਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਦਲਵੀਰ ਗੋਲਡੀ ਦੇ ਉੱਪਰ। ਕੱਲ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਤੇ ਅੱਜ ਉਹਨਾਂ ਨੇ ਸੰਗਰੂਰ ਵਿਜੀਲੈਂਸ ਦਫ਼ਤਰ ਪਹੁੰਚਣਾ ਸੀ ਤੇ ਉਹ ਬਿਲਕੁਲ ਸਮੇਂ ਸਿਰ ਪਹੁੰਚ ਗਏ ਸੀ। ਪਰ ਜੋ ਬਾਹਰ ਨਿਕਲਦੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਜਿਹੜੇ ਅਫਸਰ ਸੀ ਕਿਸੇ ਕੰਮ ਕਰਕੇ ਇੱਥੇ ਨਹੀਂ ਮੌਜੂਦ ਸੀ। ਮੈਨੂੰ ਉਹਨਾਂ ਨੇ ਕਿਹਾ ਕਿ ਦੁਬਾਰਾ ਤੁਹਾਨੂੰ ਬੁਲਾਇਆ ਜਾਊਗਾ ਤੇ ਆਪਣੀ ਸਫਾਈ ਪੇਸ਼ ਕਰਦੇ ਹੋਏ ਦਲਵੀਰ ਗੋਲਡੀ ਨੇ ਕਿਹਾ ਕਿ ਮੈਂ ਬਿਲਕੁਲ ਸਫੇਦ ਕਾਗਜ਼ ਦੇ ਵਾਂਗ ਕੋਰਾ ਮੇਰੇ ਉੱਪਰ ਕੋਈ ਦਾਗ ਨਹੀਂ। ਜੋ ਇਲਜ਼ਾਮ ਲਗਾਏ ਜਾ ਰਹੇ ਨੇ ਮੈਨੂੰ ਉਹਨਾਂ ਇਲਜ਼ਾਮਾਂ ਬਾਰੇ ਵੀ ਨਹੀਂ ਪਤਾ ਕਿ ਮੇਰੇ ਉੱਪਰ ਕੀ ਇਲਜ਼ਾਮ ਲਗਾਏ ਜਾ ਰਹੇ ਨੇ ਪਰ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਮੈਂ ਬਿਲਕੁਲ ਸਫੇਦ ਹਾਂ। ਜਦੋਂ ਵੀ ਮੈਨੂੰ ਵਿਜੀਲੈਂਸ ਦੇ ਵੱਲੋਂ ਬੁਲਾਇਆ ਜਾਊਗਾ ਮੈਂ ਦੁਬਾਰਾ ਫੇਰ ਆਊਂਗਾ। ਮੈਂ ਆਪਣੇ ਕਾਰਜਕਾਲ ਦੇ ਵਿੱਚ ਕੋਈ ਵੀ ਗੜਬੜ ਨਹੀਂ ਕੀਤੀ ਤੇ ਇੱਕ ਗੱਲ ਉਹਨਾਂ ਨੇ ਦੁਬਾਰਾ ਕਹੀ ਹੈ ਕਿ ਜੇ ਅਗਰ ਮੈਂ ਕਾਂਗਰਸ ਪਾਰਟੀ ਦੇ ਵੱਲੋਂ ਲੜ ਰਿਹਾ ਜਾਂ ਮੈਂ ਭਗਵੰਤ ਮਾਨ ਦੇ ਖਿਲਾਫ ਜਿਹੜੀ ਚੋਣ ਲੜੀ ਹੈ ਕਿਤੇ ਨਾ ਕਿਤੇ ਉਹਨਾਂ ਨੇ ਇਲਜ਼ਾਮ ਲਗਾਉਂਦੇ ਕਿਹਾ ਕਿ ਕਿਤੇ ਨਾ ਕਿਤੇ ਉਸ ਕਾਰਨ ਮੈਨੂੰ ਜਿਹੜੇ ਭੇਜੇ ਗਏ ਨੇ। ਬਾਕੀ ਜਾਣਨਾ ਇਹ ਹੋਵੇਗਾ ਕਿ ਕੀ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਪੁੱਛਤਾਛ ਕੀਤੀ ਜਾਂਦੀ ਹੈ ਕੀ ਨਿਕਲਦਾ ਕੀ ਉਹ ਦੋਸ਼ੀ ਪਾਏ ਜਾਂਦੇ ਨੇ ਜਾਂ नहीं। बिल्कुल बहुत बहुत शुक्रिया चरणजीव इस तमाम जानकारी के लिए। चरणजीव कौशल मेरे सहयोगी जानकारी दे रहे संगरूर तो ते जिस तरीके दलवीर गोल्डी ने जो बयान दिता है दलवीर गोल्डी ने कहा कि उन्होंने क्योंकि चोण लड़ी सी सीएम के अगेंस्ट और कांग्रेस पार्टी के वालों इस करके कार्रवाई हो रही है। हालांकि किस वजह करके उन्होंने सद्या गया विजिलेंस भी स्पष्ट करेगी आने वाले दिनों के। रुक करते हैं चौथी बड़ी खबरदार। सीबीआई ने मनीष सिसोदिया ते एक और केस दर्ज कर दिता है।
ਦਿੱਲੀ ਜਾਸੂਸੀ ਮਾਮਲੇ ਦੇ ਵਿੱਚ ਐਫਆਈਆਰ ਕੀਤੀ ਗਈ ਹੈ। ਦਿੱਲੀ ਫੀਡਬੈਕ ਯੂਨਿਟ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਮਨੀਸ਼ ਸਿਸੋਦੀਆ ਦੇ ਖਿਲਾਫ। ਸੀਬੀਆਈ ਨੇ ਮਨੀਸ਼ ਸਿਸੋਦੀਆ ਦੇ ਖਿਲਾਫ ਇੱਕ ਹੋਰ ਮਾਮਲਾ ਦਰਜ ਕੀਤਾ ਹੈ। ਦਿੱਲੀ ਜਾਸੂਸੀ ਮਾਮਲੇ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਦਿੱਲੀ ਫੀਡਬੈਕ ਯੂਨਿਟ ਭ੍ਰਿਸ਼ਟਾਚਾਰ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। 2015 ਦੇ ਵਿੱਚ ਆਮ ਆਦਮੀ ਪਾਰਟੀ ਨੇ ਫੀਡਬੈਕ ਯੂਨਿਟ ਦੀ ਸਥਾਪਨਾ ਕੀਤੀ ਸੀ। ਆਮ ਆਦਮੀ ਪਾਰਟੀ ਨੇ ਫੀਡਬੈਕ ਯੂਨਿਟ ਨੂੰ ਸਥਾਪਿਤ ਕਰਦਿਆਂ ਯੂਨਿਟ ਦੀ ਆੜ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਆਗੂਆਂ ਦੀ ਜਾਸੂਸੀ ਕਰਨ ਦਾ ਇਲਜ਼ਾਮ ਲੱਗਿਆ ਆਮ ਆਦਮੀ ਪਾਰਟੀ ਤੇ। ਯੂਨਿਟ ਦੇ ਵਿੱਚ ਭਰਤੀ ਦੇ ਲਈ ਕੇਂਦਰ ਸਰਕਾਰ ਦੀ ਇਜਾਜ਼ਤ ਨਹੀਂ ਲਈ ਗਈ। ਇਸ ਵੇਲੇ ਤਿਹਾੜ ਜੇਲ੍ਹ ਦੇ ਵਿੱਚ ਮਨੀਸ਼ ਸਿਸੋਦੀਆ ਬੰਦ ਨੇ ਤੇ ਐਕਸਾਈਜ਼ ਘੁਟਾਲੇ ਦੇ ਮਾਮਲੇ ਵਿੱਚੋਂ ਬੰਦ ਨੇ। शंकर आनंद मेरे सहयोगी ज्यादा जानकारी दे रहे हैं, दिल्ली तो मेरे नाल फोन लाइन से जुड़ रहे हैं। शंकर, मनीष सिसोदिया के खिलाफ एक और केस और इस बार मामला जासूसी का। निश्चित तौर पर देखिए, जिस तरह से केंद्रीय जांच एजेंसी सीबीआई के द्वारा एक नया एफआईआर रजिस्टर किया गया है और उस एफआईआर में मनीष सिसोदिया को आरोपी नंबर 1 बनाया गया है। जिस तरह से इस मामले में फीडबैक जासूसी से जुड़े ये मामला है और जिस तरह से इस मामले में पिछले काफी समय से इस मामले को लेकर चर्चा भी चल रही थी और जिस तरह से कांग्रेस के कई नेताओं के द्वारा भी आरोप लगाया गया था कि राजनीतिक तौर पर इसमें जासूसी की जा रही है और इस मामले की गंभीरता को देखते हुए इस मामले पर को सीबीआई जांच के लिए अनुशंसा किया गया था। उसके बाद सीबीआई के द्वारा केस रजिस्टर्ड कर लिया गया है। तो इस मामले में कई प्रमुख जो आरोपी हैं उनके नाम मैं बताना चाहूंगा, जिसमें कि मनीष सिसोदिया को सबसे पहला आरोपी बनाया गया। इसके साथ ही सुकेश कुमार जैन जो IRS ऑफिसर हैं 92 बैच के और ये पूर्व सतर्कता सचिव भी है, यानी कि पूर्व विजिलेंस सेक्रेटरी भी रहे हैं। इनके खिलाफ भी मामला दर्ज किया गया है। इसके साथ ही राकेश कुमार सिन्हा जो रिटायर्ड DIG रहे हैं CISF में, उनके खिलाफ मामला दर्ज किया गया है। प्रदीप कुमार पुंज ये आईबी में केंद्रीय खुफिया एजेंसी आईबी जो है उसमें एक रिटायर्ड ज्वाइंट डिप्टी डायरेक्टर पोस्ट पे थे, तो उनको भी इस मामले में आरोपी बनाया गया। हालांकि आईबी से रिटायर्ड होने के बाद जिस तरह से इस फीडबैक जासूसी कांड में जुड़े, इस पूरे प्रोजेक्ट में जुड़े थे, तो किस तरह से इनकी भूमिका थी उसको भी खंगाला जाएगा। इसके साथ ही एक अन्य आरोपी हैं गोपाल क्षेत्रपाल और गोपाल मोहन और सतीश क्षेत्रपाल, इन दोनों को भी आरोपी बनाया गया। तो कहा जा सकता है कि जैसे जैसे इस मामले में तफ्तीश का दायरा आगे बढ़ेगा कई लोगों की मुश्किलें बढ़ सकती हैं, लेकिन सबसे बड़ी बात है कि मनीष सिसोदिया के खिलाफ सीबीआई के द्वारा एक नया एफआईआर रजिस्टर किया गया है। जी बहुत बहुत शुक्रिया शंकर इस तमाम जानकारी के लिए। शंकर आनंद मेरे सहयोगी जानकारी दे रहे सन। दिल्लियों ਜਿਹੜੇ ਮੁੱਖ ਮੁਲਜ਼ਮ ਬਣਾਏ ਗਏ ਨੇ ਇਸ ਪੂਰੇ ਮਾਮਲੇ ਵਿੱਚ, ਉਹਨਾਂ ਦੇ ਨਾਂ ਵੀ ਉਹਨਾਂ ਨੇ ਦੱਸੇ। ਜ਼ਿਆਦਾਤਰ ਉਹ ਨੇ ਜਿਹੜੇ ਅਧਿਕਾਰੀ ਰਹੇ ਨੇ ਕਿਸੇ ਵੇਲੇ, ਭਾਵੇਂ IRS ਅਧਿਕਾਰੀ ਰਹੇ ਹੋਣ ਜਾਂ ਭਾਵੇਂ IPS ਅਧਿਕਾਰੀ ਵੀ ਰਹੇ ਹੋਣ, ਉਹਨਾਂ ਦੇ ਨਾਂ ਵੀ ਇਸ FIR ਦੇ ਵਿੱਚ ਦਰਜ ਕੀਤੇ ਗਏ ਨੇ ਔਰ ਮਨੀਸ਼ ਸਿਸੋਦੀਆ ਦਾ ਨਾਂ ਪਹਿਲੇ ਨੰਬਰ ਤੇ ਇਸ FIR ਦੇ ਵਿੱਚ ਰੱਖਿਆ ਗਿਆ। उधर अरविंद केजरीवाल ने ट्वीट किया, प्रधानमंत्री की योजना मनीष के खिलाफ कई झूठे केस दर्ज करके उन्होंने लंबे वक्त तक हिरासत में रखने दी है, देश लई निराशाजनक। तीजी वड्डी खबर का रुख करते हैं। अपने विभाग बदले जाने ते पंजाब सरकार दे विच कैबिनेट मंत्री अमन अरोड़ा का बयान सामने आया है। यह एक रूटीन प्रोसेस है। अमन अरोड़ा ने कहा विभाग बदलने पूरी तरह सीएम का अधिकार खेतर है, सीएम ने देखना है किस तो की कम लेना है। तीजी वड्डी खबर तुहानूं दस रहे हैं। अपने विभाग बदले जाने ते अमन अरोड़ा ने बयान दिता है, एक रूटीन प्रोसेस है। अमन अरोड़ा ने कहा है और कहा है कि किस दे कोल किहड़े विभाग जिहड़े रखने ने, विभाग बदलने पूरी तरह सीएम का अधिकार खेतर है, सीएम ने देखना है कि इस तो की कम लेना है। अमन अरोड़ा ने कहा है विभाग बदले जाना रूटीन प्रोसेस है। अमन तो विभाग जिहड़े सीगे वो वापस ले गए सीगे, कुछ विभाग वापस ले गए, एक दो विभाग उन्होंने एड ऑन किए गए सीगे। इन्फॉर्मेशन डिपार्टमेंट जिहड़ा सीगा, इन्फॉर्मेशन और पब्लिक रिलेशन डिपार्टमेंट वापस लिया गया सी। शहरी विकास मंत्रालय ते लोक संपर्क विभाग वापस ले गए सी। नवे महकमे जिहड़े दिते गए रोजगार सिरजना ते प्रशासनिक सुधार ते शिकायत निवारण का जिम्मा उन्होंने दिता गया। ਤੇ ਇਸ ਤੇ ਅਮਨ ਅਰੋੜਾ ਦਾ ਪ੍ਰਤੀਕਰਮ ਸਾਹਮਣੇ ਆਇਆ। ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪ੍ਰਤੀਕਰਮ ਦਿੱਤਾ। ਤੁਹਾਨੂੰ ਦੱਸਦੀਏ ਕਿ ਬੀਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਮੰਤਰੀਆਂ ਦੇ ਮਹਿਕਮਿਆਂ ਵਿੱਚ, ਵਿਭਾਗਾਂ ਵਿੱਚ ਫੇਰ ਬਦਲ ਸੰਬੰਧੀ ਐਲਾਨ ਕੀਤਾ ਗਿਆ ਸੀਗਾ ਔਰ ਇਸ ਐਲਾਨ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਇਹ ਮੰਨਿਆ ਗਿਆ ਝਟਕਾ ਜਿਹੜਾ ਲੱਗਿਆ ਸੀਗਾ ਉਹ ਅਮਨ ਅਰੋੜਾ ਦੇ ਲਈ ਸੀਗਾ, ਕਿਉਂਕਿ ਉਹਨਾਂ ਦੇ ਕੋਲੋਂ ਦੋ ਅਹਿਮ ਵਿਭਾਗ ਅਰਬਨ ਡਿਵੈਲਪਮੈਂਟ ਅਤੇ ਇਨਫੋਰਮੇਸ਼ਨ ਐਂਡ ਪਬਲਿਕ ਰਿਲੇਸ਼ਨ, ਇਹ ਦੋਵੇਂ ਮਹਿਕਮੇ ਲੈ ਲਏ ਗਏ ਸੀਗੇ। ਇਨਫੋਰਮੇਸ਼ਨ ਪਬਲਿਕ ਰਿਲੇਸ਼ਨ ਜਿਹੜਾ ਸੀਗਾ
ਉਹ ਚੇਤਨ ਸਿੰਘ ਜੋੜਾ ਮਾਜਰਾ ਨੂੰ ਦਿੱਤਾ ਗਿਆ। ਅਰਬਨ ਡਿਵੈਲਪਮੈਂਟ ਦਾ ਵਿਭਾਗ ਸੀਐਮ ਨੇ ਆਪਣੇ ਕੋਲ ਰੱਖਿਆ। ਹਾਲਾਂਕਿ ਅਮਨ ਅਰੋੜਾ ਨੂੰ 2-3 ਹੋਰ ਮਹਿਕਮੇ ਦਿੱਤੇ ਗਏ, ਪਰ ਇਹਨਾਂ ਮਹਿਕਮਿਆਂ ਦੇ ਮੁਕਾਬਲੇ ਉਹ ਮਹਿਕਮੇ ਜ਼ਿਆਦਾ ਵੱਡੇ ਨਹੀਂ ਮੰਨੇ ਜਾਂਦੇ, ਉਹ ਮਹਿਕਮੇ ਛੋਟੇ ਮੰਨੇ ਜਾਂਦੇ ਨੇ। ਇਸ ਕਰਕੇ ਇਸ ਨੂੰ ਇੱਕ ਸੈਟਬੈਕ ਜਿਹੜਾ ਹੈਗਾ ਅਮਨ ਅਰੋੜਾ ਲਈ ਮੰਨਿਆ ਜਾ ਰਿਹਾ ਸੀਗਾ ਔਰ ਅਮਨ ਅਰੋੜਾ ਦਾ ਇਸ ਤੇ ਪਹਿਲਾ ਪ੍ਰਤੀਕਰਮ ਸਾਹਮਣੇ ਆਇਆ। ਦੇ ਮਹਿਕਮਾ ਦਾ ਜਿਹੜਾ ਫੇਰ ਬਦਲ ਹੋਇਆ ਉਹਦੇ ਤੁਹਾਡੇ ਵਿਭਾਗ ਬਦਲੇ ਗਏ, ਤੁਹਾਡੇ ਸੰਤੁਸ਼ਟ ਨਹੀਂ ਸੀ ਮੁੱਖ ਮੰਤਰੀ? ਨਹੀਂ, ਦੇਖੋ ਇਸ ਤਰ੍ਹਾਂ ਹੈ ਕਿ ਇਹ ਇੱਕ ਨਾਰਮਲ ਰੂਟੀਨ ਦਾ ਪ੍ਰੋਸੈਸ ਹੈ ਔਰ ਇਹ ਮਾਨਯੋਗ ਮੁੱਖ ਮੰਤਰੀ ਦਾ ਪ੍ਰੈਰੋਗੇਟਿਵ ਹੁੰਦਾ ਹੈ ਕਿ ਉਹਨਾਂ ਨੇ ਆਪਣੀ ਟੀਮ ਦੇ ਕਿਸ ਸਾਥੀ ਤੋਂ ਕੀ ਕੰਮ ਲੈਣਾ ਹੈ। ਸੋ ਇਹ ਇੱਕ ਨਾਰਮਲ ਪ੍ਰੋਸੈਸ। ਸਰਕਾਰ ਦੇ ਮਹਿਕਮਾ ਦਾ ਜਿਹੜਾ ਫੇਰ ਬਦਲ ਹੋਇਆ ਉਹਦੇ ਤੁਹਾਡੇ ਵਿਭਾਗ ਬਦਲੇ ਗਏ, ਤੁਹਾਡੇ ਸੰਤੁਸ਼ਟ ਨਹੀਂ ਸੀ ਮੁੱਖ ਮੰਤਰੀ? ਨਹੀਂ, ਦੇਖੋ ਇਸ ਤਰ੍ਹਾਂ ਹੈ ਕਿ ਇਹ ਇੱਕ ਨਾਰਮਲ ਰੂਟੀਨ ਦਾ ਪ੍ਰੋਸੈਸ ਹੈ ਔਰ ਇਹ ਮਾਨਯੋਗ ਮੁੱਖ ਮੰਤਰੀ ਦਾ ਪ੍ਰੈਰੋਗੇਟਿਵ ਹੁੰਦਾ ਹੈ ਕਿ ਉਹਨਾਂ ਨੇ ਆਪਣੀ ਟੀਮ ਦੇ ਕਿਸ ਸਾਥੀ ਤੋਂ ਕੀ ਕੰਮ ਲੈਣਾ ਹੈ। ਸੋ ਇਹ ਇੱਕ ਦੂਜੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ। ਲਾਰੈਂਸ ਬਿਸ਼ਨੋਈ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਮੇਰੇ ਪੁੱਤ ਦੇ ਅਕਸ ਨੂੰ ਢਾਹ ਲਾਉਣ ਦੀ ਸਾਜ਼ਿਸ਼ ਹੋ ਰਹੀ ਹੈ। ਲਾਰੈਂਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਬਲਕੌਰ ਸਿੰਘ ਨੇ ਬਿਆਨ ਦਿੱਤਾ ਹੈ। ਲਾਰੈਂਸ ਬਿਸ਼ਨੋਈ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬਿਆਨ ਦਿੱਤਾ ਹੈ, ਮੇਰੇ ਪੁੱਤ ਦੇ ਅਕਸ ਨੂੰ ਢਾਹ ਲਾਉਣ ਦੀ ਸਾਜ਼ਿਸ਼ ਹੋ ਰਹੀ ਹੈ। ਬਲਕੌਰ ਸਿੰਘ ਨੇ ਕਿਹਾ ਲਾਰੈਂਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਬਲਕੌਰ ਸਿੰਘ ਨੇ ਇਹ ਗੱਲ ਕਹੀ ਹੈ, ਮੈਨੂੰ ਲਾਰੈਂਸ ਦਾ ਵੀ ਜ਼ਿਆਦਾ ਕਸੂਰ ਨਹੀਂ ਲੱਗਦਾ। ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ, ਲਾਰੈਂਸ ਨੂੰ ਵੀ ਵਰਤਿਆ ਗਿਆ ਹੈ। ਬਲਕੌਰ ਸਿੰਘ ਇਹ ਕਹਿੰਦੇ ਹੋਏ ਨਜ਼ਰ ਆਏ ਨੇ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਵੀ ਵਰਤਿਆ ਜਾ ਰਿਹਾ ਹੈ। ਲਾਰੈਂਸ ਬਿਸ਼ਨੋਈ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਬੇਟਾ ਮੈਨੂੰ ਤਾਂ ਵੀ ਸਭ ਤੋਂ ਮੰਦਭਾਗੀ ਗੱਲ ਹੈ ਸਾਡੇ ਲਾਅ ਐਂਡ ਆਰਡਰ ਦਾ ਜਿਹੜਾ ਜਲੂਸ ਨਿਕਲਣ ਵਾਲੀ ਗੱਲ ਹੈ ਸਾਰੀ, ਉਹ ਸਾਨੂੰ ਵੀ ਬਹੁਤ ਬੁਰੀ ਲੱਗੀ। ਮੈਂ ਵੀ ਕਾਫੀ ਪਰੇਸ਼ਾਨ ਹੋਇਆ ਉਸ ਗੱਲ ਨੂੰ ਜਦੋਂ ਤੋਂ ਮੈਂ ਉਹ ਦੇਖਿਆ। ਪਰ ਇਹ ਸਾਰੀਆਂ ਸੋਚੀਆਂ ਸਮਝੀਆਂ ਚਾਲਾਂ ਨੇ ਸਾਰੀਆਂ। ਇੱਕ ਪਾਸੇ ਇੱਕ ਬਦਮਾਸ਼ ਨੂੰ ਜਿਹੜਾ ਇੱਕ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਵਿਊ ਲਏ ਜਾ ਰਹੇ ਨੇ। ਉਹਦੇ ਕੋਈ 10 ਪੁਆਇੰਟ, ਬਦਮਾਸ਼ ਦੇ 10 ਪੁਆਇੰਟ ਕੀ ਹੋਣਗੇ ਜਿਸ ਤਰ੍ਹਾਂ ਨਾਲ ਉਹਨੂੰ ਐਲਈਡੀਆਂ ਲਾ ਕੇ ਵਿਖਾਇਆ ਜਾ ਰਿਹਾ। ਸੋ ਮੰਦਭਾਗਾ ਹੈ, ਆਉਣ ਵਾਲੇ ਇਨ ਫਿਊਚਰ ਇਹਦੇ ਜਿਹੜੇ ਰਿਜ਼ਲਟ ਹੈ ਮਾੜੇ ਨਿਕਲਣਗੇ, ਕੋਈ ਚੰਗੀ ਗੱਲ ਨਹੀਂ ਹੈ। ਔਰ ਦੂਜਾ ਸਿੱਧੂ ਦੀ ਬਰਸੀ ਹੋਣ ਕਰਕੇ ਇਹ ਜਿਹੜਾ ਭੰਡੀ ਪ੍ਰਚਾਰ ਹੈ ਜੋ ਸਿੱਧੂ ਦੀ ਇਮੇਜ ਨੂੰ ਢਾਹ ਲਾਉਣ ਦੇ ਲਈ ਜੋ ਇਹ ਅਡੰਬਰ ਰਚਿਆ ਜਾ ਰਿਹਾ ਸਾਰਾ, ਅਸੀਂ ਭਲੀਭਾਂਤ ਸਮਝ ਰਹੇ ਹਾਂ ਸਾਰੀ ਗੱਲ ਨੂੰ। ਪਰ ਸਿੱਧੂ ਦਾ ਇਹ ਕੁਛ ਨਹੀਂ ਕਰ ਸਕਦੇ। ਜੋ ਲੋਕਾਂ ਦੇ ਵਿੱਚ ਸਿੱਧੂ ਨੇ ਆਪਣੀ ਜਗ੍ਹਾ ਬਣਾਈ ਹੈ ਬਰਕਰਾਰ ਰਹੂਗੀ। ਪਰ ਇਹਨਾਂ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਵੀ ਸਿੱਧੂ ਨੂੰ ਬਦਨਾਮ ਕੀਤਾ ਜਾਵੇ ਔਰ ਉਹਦੀ ਬਰਸੀ ਤੇ ਘੱਟ ਲੋਕ ਪਹੁੰਚਣ। ਤਾਂ ਇਹਨੂੰ ਇਹ ਕੁਛ ਪੋਲੀਟੀਕਲ ਸਾਈਡ ਤੋਂ ਵੀ ਵੇਖ ਰਹੇ ਨੇ, ਪਤਾ ਨਹੀਂ ਕੀ ਹੈ ਨਾ, ਜਦ ਕਿ ਆਪਾਂ ਤਾਂ ਇੱਕ ਪੀੜਤ ਪਰਿਵਾਰ ਹਾਂ। ਪਰ ਬਹੁਤ ਕੁਛ ਹੋ ਰਿਹਾ। ਸਿੱਧੂ ਦੇ ਜਿੰਨੀਆਂ ਵੀ ਅੱਜ ਤੱਕ ਵੀਡੀਓ ਖਿਲਾਫ ਪਈਆਂ ਹੋਈਆਂ ਨੇ ਉਹ ਕੱਲ੍ਹ ਦੀਆਂ ਸਾਰੀਆਂ ਅਪਲੋਡ ਹੋ ਗਈਆਂ, ਚਾਹੇ ਉਹਦੀ ਇਲੈਕਸ਼ਨ ਲੜਨ ਵੇਲੇ ਦੀ ਹੋਵੇ, ਚਾਹੇ ਕੋਈ ਕਿਸੇ ਵੀ ਕਿਸਮ ਦਾ ਕਦੇ ਸਿੱਧੂ ਦਾ ਵਿਰੋਧ ਹੋਇਆ ਹੋਣਾ ਹੈ ਉਹਦੇ ਚਾਹੁੰਦੇ ਜੀ, ਉਹ ਕੱਲ੍ਹ ਦਾ ਮੈਂ ਦੇਖ ਰਿਹਾ ਸੋਸ਼ਲ ਮੀਡੀਆ 'ਤੇ ਬਹੁਤ ਅਪਲੋਡ ਹੈ। ਬਹੁਤ ਗਿਣੀ ਮਿਥੀ ਸਾਜ਼ਿਸ਼ ਦੇ ਅਧੀਨ ਸਾਰਾ ਕੁਝ ਹੋ ਰਿਹਾ। ਤਾਂ ਕਸੂਰ ਨਹੀਂ ਲੱਗਦਾ ਕਿ ਲਾਰੈਂਸ ਨੂੰ ਵੀ ਵਰਤਿਆ ਗਿਆ। ਉਹਨਾਂ ਨੇ ਲਾਰੈਂਸ ਨੂੰ ਤੋਂ ਜਿਹੜੀ ਚੀਜ਼ ਕਹਾਉਣੀ ਹੈ ਉਹੀ ਚੀਜ਼ ਹੀ ਕਹਾਈ ਹੈ, ਬਾਕੀ ਨੂੰ ਕੱਟਿਆ ਗਿਆ ਵਿੱਚੋਂ। ਔਰ ਇਹ ਇੱਕ ਸਿੱਧੂ ਦੀ ਛਵੀ ਨੂੰ ਖਰਾਬ ਕਰਨ ਦੀ ਖਾਤਰ ਨਾ ਜਿਹੜੇ ਅਡੰਬਰ ਸਾਰੇ ਰਚ ਰਹੇ ਨੇ, ਪਰ ਇਹਦੇ 'ਚ ਕਾਮਯਾਬ ਨਹੀਂ ਹੋਣਗੇ। ਸਾਡੇ ਪੱਲੇ ਸੱਚ ਹੈ, ਅਸੀਂ ਸੱਚ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਂਦੇ ਹਾਂ। ਇਹ ਕੋਰ ਸਾਰਾ ਜਿਹੜਾ ਹੈਗਾ ਅਡੰਬਰ ਝੂਠ ਦਾ ਹੈ। ਤੇ ਇਸ ਦੇ ਨਾਲ ਹੀ ਜੁੜੇ ਹੋਏ ਇੱਕ ਹੋਰ ਹਿੱਸਾ ਇਸ ਖਬਰ ਦਾ ਹੈਗਾ, ਹਾਈ ਕੋਰਟ ਦਾ ਰੁਖ ਕਰਨਗੇ ਸਿੱਧੂ ਮੂਸੇਵਾਲਾ ਦੇ ਪਿਤਾ। ਹਾਈ ਕੋਰਟ ਜਾਣ ਦੇ ਬਾਰੇ ਵਿਚਾਰ ਕੀਤਾ ਜਾ ਰਿਹਾ। ਬਲਕੌਰ ਸਿੰਘ ਨੇ ਕਿਹਾ ਸੀਨੀਅਰ ਵਕੀਲ ਦੇ ਨਾਲ ਸਲਾਹ ਮਸ਼ਵਰਾ ਕਰ ਰਹੇ ਹਾਂ। ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ, ਹਾਈ ਕੋਰਟ ਜਾਣ ਬਾਰੇ ਵਿਚਾਰ ਕਰ ਰਹੇ ਹਾਂ, ਸੀਨੀਅਰ ਵਕੀਲਾਂ ਦੇ ਨਾਲ ਸਲਾਹ ਮਸ਼ਵਰਾ ਕਰ ਰਹੇ ਹਾਂ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਹ ਬਿਆਨ ਦਿੱਤਾ ਹੈ, ਜੇ ਸਰਕਾਰ ਨਹੀਂ ਸੁਣੇਗੀ ਤਾਂ ਕੋਰਟ ਦਾ ਬੂਹਾ ਖੜਕਾਵਾਂਗੇ। ਹਾਈ ਕੋਰਟ ਜਾਣ ਦੇ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਬਲਕੌਰ ਸਿੰਘ ਨੇ ਇਹ ਬਿਆਨ ਦਿੱਤਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਦਾ ਇਹ ਬਿਆਨ ਹੈ, ਜੇਕਰ ਸਰਕਾਰ ਨਹੀਂ ਸੁਣੇਗੀ ਤਾਂ ਫਿਰ ਕੋਰਟ ਦਾ ਬੂਹਾ ਖੜਕਾਵਾਂਗੇ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਹਾਈ ਕੋਰਟ ਜਾਣ ਬਾਰੇ ਬਿਆਨ ਦਿੱਤਾ ਹੈ। ਹਾਲੇ ਤੱਕ ਨਹੀਂ ਹੈ, ਪਰ ਅਸੀਂ ਰਹਿ ਲੈ ਰਹੇ ਹਾਂ ਸਾਰੀ ਗੱਲ ਦੀ। ਜਦੋਂ ਕੋਈ ਸਰਕਾਰ ਨਹੀਂ ਸੁਣੂਗੀ ਅਸੀਂ ਮਾਨਯੋਗ
ਕੋਰਟ ਦਾ ਹੀ ਦਰਵਾਜ਼ਾ ਖੜਕਾਵਾਂਗੇ ਕਿਸੇ ਨਾ ਕਿਸੇ ਤਰੀਕੇ, ਜੇ ਕੋਈ ਪਹਿਲਾਂ ਉਹਦਾ ਆਧਾਰ ਬਣਾਵਾਂਗੇ, ਕੋਈ ਸਿਆਣੇ ਵਕੀਲਾਂ ਦੀ ਰਾਏ ਲਵਾਂਗੇ ਜਿਹੜੇ ਐਕਸਪੀਰੀਅੰਸ ਵਾਲੇ ਨੇ, ਉਹਨਾਂ ਨੂੰ ਮਿਲੇ ਆ, ਅੱਗੇ ਵੀ ਮਿਲੂੰਗਾ, ਉਹ ਜਦੋਂ ਕੋਈ ਕਰਾਂਗੇ ਤੁਹਾਨੂੰ ਦੱਸ ਦਿਆਂਗੇ। ਪਹਿਲੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਸੁਖਬੀਰ ਸਿੰਘ ਬਾਦਲ ਤੇ ਗ੍ਰਿਫਤਾਰੀ ਦੀ ਤਲਵਾਰ ਲਟਕੀ ਹੋਈ ਹੈ। ਸੁਖਬੀਰ ਸਿੰਘ ਬਾਦਲ ਦੀ ਅਗਾਂਹ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ ਫਰੀਦਕੋਟ ਦੀ ਅਦਾਲਤ ਨੇ। ਅਗਾਂਹ ਜ਼ਮਾਨਤ ਰੱਦ ਹੋਣ ਤੇ ਹਾਈ ਕੋਰਟ ਜਾਣਗੇ ਸੁਖਬੀਰ ਸਿੰਘ ਬਾਦਲ। ਤੁਹਾਨੂੰ ਦੱਸੀਏ ਫਰੀਦਕੋਟ ਦੀ ਅਦਾਲਤ ਨੇ ਫੈਸਲਾ ਰਾਖਵਾਂ ਰੱਖਿਆ ਸੀਗਾ, ਸੁਰੱਖਿਅਤ ਰੱਖਿਆ ਸੀ। ਅੱਜ ਫੈਸਲਾ ਸੁਣਾਇਆ ਹੈ। ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਨੂੰ ਅਗਾਂਹ ਜ਼ਮਾਨਤ ਦੇ ਦਿੱਤੀ ਗਈ ਹੈ, ਜਦਕਿ ਸਾਬਕਾ ਡਿਪਟੀ ਸੀਐਮ ਅਤੇ ਉਸ ਵੇਲੇ ਦੇ ਹੋਮ ਮਿਨਿਸਟਰ ਰਹੇ ਸੁਖਬੀਰ ਸਿੰਘ ਬਾਦਲ ਨੂੰ ਕੋਟਕਪੂਰਾ ਗੋਲੀकांड ਮਾਮਲੇ ਵਿੱਚ ਅਗਾਂਹ ਜ਼ਮਾਨਤ ਨਹੀਂ ਮਿਲੀ। ਅਗਾਂਹ ਜ਼ਮਾਨਤ ਦੀ ਅਰਜ਼ੀ डिसमिस कर दी गई है अदालत के वलों। हुण इस फैसले खिलाफ हाईकोर्ट जाणगे सुखबीर सिंह बादल। प्रकाश सिंह बादल साबका मुख्यमंत्री को अगांह जमानत मिली है। फरीदकोट अदालत ने फैसला सुनाया। कोटकपुरा गोलीकांड वाली चार्जशीट दे विच दोहां दा नां सी। तत्काली SSP सुखमंदर सिंह मान की अगांह जमानत भी रद्द की गई है। पहली वड्डी खबर 2 वजे की। ਤੁਹਾਨੂੰ ਦੱਸੀਏ ਕਿ LK यादव की अगवाई वाली SIT ने तकरीबन 7000 पन्नियां की चार्जशीट पेश की सी। चलान पेश किया गया। उसदे विच साबका मुख्यमंत्री प्रकाश सिंह बादल और साबका उप मुख्यमंत्री और उस वेले के होम मिनिस्टर सुखबीर सिंह बादल के नामां का जिक्र सीगा। दोवां दे नाम मैंशन किए गए सी। उन्हां तो अलावा कई सारे अधिकारियों के नाम भी सीगे। और उस दे विच हुण अदालत दे विच जदों एंटीसिपेटरी बेल एप्लीकेशन लाई गई सी सुखबीर सिंह बादल दे वल्लों, प्रकाश सिंह बादल होरां वल्लों, ते इस ते फैसला ले लिया सी। कोर्ट ने फैसला सुरक्षित रखा। आज फैसला सुनाया है। साबका मुख्यमंत्री को अगांह जमानत मिल गई है, पर साबका डिप्टी सीएम को अगांह जमानत नहीं मिली है। बादल ਦੇ ਬਾਰੇ ਅਸੀਂ ਡਿਸਾਈਡ ਕਰ ਰਹੇ ਹਾਂ ਕਿ ਅਸੀਂ ਅੱਗੇ ਫਰਦਰ ਕੀ ਕਰਨਾ ਹੈ। ਅਸੀਂ ਉਹਦਾ ਅੱਗੇ ਜੋ ਵੀ ਉਹਦਾ ਕਾਨੂੰਨੀ ਹੋਊਗਾ ਅਸੀਂ ਸਰ ਕੋਈ ਇਹਦੇ 'ਚ ਨਵੇਂ ਤੱਥ ਨਹੀਂ ਹੈ। ਪਹਿਲਾਂ ਆਪਾਂ ਦੇਖੀਆਂ ਜਿਹੜੀਆਂ ਰਿਪੋਰਟਾਂ ਜਸਟਿਸ ਜੋਰਾ ਸਿੰਘ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ, ਉਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਦੀ ਪੜਤਾਲ ਸੀਗੀ, ਉਹੀ ਜੋ ਕੁਛ ਹੋਇਆ ਉਹੀ ਐਵੀਡੈਂਸ ਹੈ ਜੀ, ਉਹੀ ਸਟੇਟਮੈਂਟਸ ਹੈਗੀਆਂ ਵਿਟਨੈਸਿਸ ਦੀਆਂ, ਉਹ ਇਹਨਾਂ ਨੇ ਆਪਦੇ ਮੁਤਾਬਕ ਢਾਲ ਕੇ ਉਹਦੀ ਰਿਪੋਰਟ ਬਣਾ ਲਈ ਹੈ। ਬਟ ਦਾ ਬੇਸਿਕ ਜਿਹੜੀ ਫੈਕਟ ਹੈਗਾ ਉਹ ਉਹੀ ਹੈਗਾ, ਤੇ ਇਸ ਤੋਂ ਇਲਾਵਾ ਕੋਈ ਨਵਾਂ ਐਵੀਡੈਂਸ ਇਹਨਾਂ ਦੇ ਖਿਲਾਫ ਅਗਾਊਂ ਜ਼ਮਾਨਤ ਜਿਹੜੀ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਲਾਓ ਹੋ ਗਈ ਹੈ। ਉਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਗਿਆ ਹੈ ਮੈਜਿਸਟਰੇਟ ਸਾਹਿਬ ਕੋਲ ਪੇਸ਼ ਹੋਣ ਦਾ, ਤੇ ਉਹਨਾਂ ਨੂੰ ਮੁਚਲਕਿਆਂ ਤੇ ਜ਼ਮਾਨਤ ਮਿਲ ਜਾਏਗੀ। ਸਰਦਾਰ ਸੁਖਬੀਰ ਸਿੰਘ ਬਾਦਲ ਦੀ ਐਂਟੀਸਿਪੇਟਰੀ ਬੇਲ ਹਾਲ ਫਿਲਹਾਲ ਡਿਸਮਿਸ ਹੋਈ ਹੈ। ਜ਼ਰੂਰ ਆਨਰੇਬਲ ਹਾਈ ਕੋਰਟ ਦਾ ਰੁਖ ਕਰਾਂਗੇ। ਚਲਾਨ ਦੀ ਕਾਪੀ ਹਾਲੇ ਤੱਕ ਸਾਨੂੰ ਨਹੀਂ ਦਿੱਤੀ ਗਈ, ਤੇ ਸਾਡੀ ਜਿਹੜੀ ਬੇਲ ਐਪਲੀਕੇਸ਼ਨ ਹੈ ਉਹ ਬੇਸਡ ਔਨ ਐਲੀਗੇਸ਼ਨ ਇਨ ਦ FIR ਔਰ ਜਿਹੜੀ ਪ੍ਰੀਵੀਅਸ SITC ਦੀ ਰਿਪੋਰਟ ਜਿਹੜੀ ਕੁਐਸ਼ ਹੋ ਗਈ ਔਨ ਦੈਟ ਬੇਸਿਸ ਹੀ। ਤੇ ਤੀਜੀ ਜਿਹੜੀ ਉਹ ਪੋਲੀਟੀਕਲ ਮੋਟੀਵੇਟਡ ਸਪੀਚਾਂ, ਟਵੀਟਸ ਸਾਰੇ ਆ ਰਹੇ ਹੈ, ਜਿੱਥੋਂ ਸਾਨੂੰ ਜੋ ਵੀ ਇਨਫੋਰਮੇਸ਼ਨ ਮਿਲੀ, ਚਾਹੇ ਹਾਈ ਕੋਰਟ ਨੇ ਸਪੈਸੀਫਿਕਲੀ ਕਿਹਾ ਸੀ ਕਿ ਕੋਈ ਵੀ ਪੋਲੀਟੀਕਲ ਐਗਜ਼ੈਕਟਿਵ ਇੰਟਰਫੇਅਰ ਨਹੀਂ ਕਰੇਗਾ, ਪਰ ਪੋਲੀਟੀਕਲ ਐਗਜ਼ੈਕਟਿਵ ਟਵੀਟਸ ਪਾ ਕੇ ਪੋਲੀਟੀਕਲੀ ਮੋਟੀਵੇਟਡ ਸਪੀਚਾਂ ਦਿੰਦਾ ਰਿਹਾ, ਉਹਦੇ ਆਧਾਰ ਤੇ ਅਸੀਂ ਬੇਲ ਐਪਲੀਕੇਸ਼ਨ ਲਾਈ ਸੀ। ਹਾਈ ਕੋਰਟ ਦਾ ਰੁਖ ਕਰਾਂਗੇ। ਜੋ ਜਿਹੜੀ ਤੁਸੀਂ ਗੱਲ ਕੀਤੀ ਕਿ ਮਤਲਬ ਪ੍ਰਭਾਵ ਤੁਸੀਂ ਕਹਿ ਰਹੇ ਹੋ ਕਿ ਦਬਾਅ ਬਣਾਇਆ ਗਿਆ, ਉਹ ਕਿਹੜੀ ਸਪੀਚਾਂ ਸੀਗੀਆਂ? ਕੋਈ ਮੈਂਸ਼ਨ ਕੋਈ ਕਰਦੀ ਤੁਸੀਂ ਹਾਈ ਕੋਰਟ 'ਚ ਵੀ ਕਿਉਂਕਿ ਪਟੀਸ਼ਨ ਪਾਣੀ ਕਰੋਗੇ। ਔਰ ਦੂਜਾ ਸਵਾਲ ਇਹ ਹੈ ਕਿ ਗ੍ਰਿਫਤਾਰੀ ਦੀ ਤਲਵਾਰ, ਜਦ ਇਹ ਜ਼ਮਾਨਤ ਹੁਣ ਖਾਰਿਜ ਹੋ ਗਈ ਹੈ, ਕਿ ਗ੍ਰਿਫਤਾਰ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਹੋ ਸਕਦੀ ਹੈ? 3 ਲੋਕਾਂ ਦੇ ਟਵੀਟ ਸੀਗੇ। ਇੱਕ ਤਾਂ ਆਨਰੇਬਲ ਚੀਫ ਮਿਨਿਸਟਰ ਭਗਵੰਤ ਮਾਨ ਦੇ ਸੀਗੇ, ਇੱਕ ਮਿਨਿਸਟਰ ਨੇ ਧਾਲੀਵਾਲ, ਉਹਨਾਂ ਨੇ ਕਿਹਾ ਸੀ 28 ਤੋਂ ਪਹਿਲਾਂ ਚਲਾਨ ਪੇਸ਼ ਹੋ ਜਾਏਗਾ। ਇਹ ਸੀਕ੍ਰੇਸੀ, ਇਹ ਇਨਫੋਰਮੇਸ਼ਨ, ਇਹ SIT ਦੀ ਗੱਲਾਂ ਇਹਨਾਂ ਕੋਲ ਕਿਵੇਂ ਆਈਆਂ, ਸਾਰੀਆਂ ਅਸੀਂ ਅਦਾਲਤ ਥੱਲੇ ਵੀ ਰੱਖੀ ਸੀਗੀ, ਉੱਤੇ ਵੀ ਰੱਖਾਂਗੇ। ਔਰ ਹਾਲ ਫਿਲਹਾਲ ਗ੍ਰਿਫਤਾਰੀ ਦੀ ਕੋਈ, ਜਿਵੇਂ ਤੁਸੀਂ ਤਲਵਾਰ ਕਹਿ ਰਹੇ ਹੋ, ਬਿਲਕੁਲ ਨਹੀਂ ਹੈ। ਜਿਹੜੀ ਇਨਵੈਸਟੀਗੇਸ਼ਨ ਹੈ ਉਹ ਕੋਰਟ ਦੇ ਮੋਢਿਆਂ ਤੇ ਫਾਇਰ ਕਰਨਾ ਚਾਹ ਰਹੀ ਹੈ। ਇਨਵੈਸਟੀਗੇਸ਼ਨ ਜਦ ਉਹ 3 ਵਾਰ ਜੁਆਇਨ ਕਰ ਚੁੱਕੇ ਪ੍ਰੈਜ਼ੈਂਟ SIT ਵਿੱਚ ਵੀ ਕਦੇ ਅਰੈਸਟ ਨਹੀਂ ਕੀਤਾ, ਫੁੱਲ ਕੋਆਪਰੇਸ਼ਨ ਦਿੱਤੀ, ਤਾਂ ਹੀ ਚਲਾਨ ਪੇਸ਼ ਕੀਤਾ। ਸੋ ਉਹਨਾਂ ਦੀ ਅਰੈਸਟ ਦੀ ਕਸਟੋਡੀਅਲ ਇੰਟਰੋਗੇਸ਼ਨ ਦੀ ਕੋਈ ਲੋੜ ਨਹੀਂ ਸੀ। ਵਾਪਸ ਆ ਕੇ ਫਿਰ ਤੁਸੀਂ ਕਹਿ ਦੇਣਾ ਕਿ ਅਸੀਂ ਬੇਲ ਅਪੋਜ਼ ਕਰ ਰਹੇ ਹਾਂ ਉਸ ਸ਼ਖਸ ਦੀ ਜੋ ਪੰਜਾਬ ਵਿੱਚ ਵੀ ਨਹੀਂ ਸੀ, ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਕਿ ਕਿੰਨਾ ਪੋਲੀਟੀਕਲੀ ਮੋਟੀਵੇਟਡ ਹੈ। ਹਾਲ ਫਿਲਹਾਲ ਸਿਰਫ ਆਨਰੇਬਲ ਮੈਜਿਸਟ੍ਰੇਟ ਨੇ 23 ਤਰੀਕ ਦਾ ਨੋਟਿਸ ਇਸ਼ੂ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੇਸ਼ ਹੋਣ ਦਾ। ਐਂਟੀਸਿਪੇਟਰੀ ਬੇਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਚੁੱਕੀ ਹੈ। ਹੋਪਫੁਲੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ 23 ਤਰੀਕ ਤੋਂ ਪਹਿਲਾਂ ਬੇਲ ਮਿਲੀ ਹੋਏਗੀ। ਟੈਕਨੀਕਲੀ ਨਹੀਂ ਮੈਂ ਕੁਝ ਕਹਿ ਸਕਦਾ ਹੈਗਾ, ਪਰ ਜੋ ਮੈਨੂੰ ਐਜ਼ ਏ ਲੇਮੈਨ
ਸਮਝ ਆਉਂਦੀ ਹੈ ਉਹ ਸ਼ਾਇਦ ਰੀਜ਼ਨ ਇਹ ਹੋਵੇ ਕਿ ਵੱਡੇ ਬਾਦਲ ਸਾਹਿਬ ਦੀ ਉਮਰ ਦੇ ਲਿਹਾਜ਼ ਨੂੰ ਦੇਖਦੇ ਹੋਏ ਸ਼ਾਇਦ ਕੋਰਟ ਨੇ ਫੈਸਲਾ ਲਿਆ ਹੋਵੇ। ਬਾਕੀ ਜੇ ਸੁਖਬੀਰ ਬਾਦਲ ਹੋਣਾ ਦੀ ਜਾਂ ਬਾਕੀਆਂ ਦੀ ਜ਼ਮਾਨਤ ਰੱਦ ਕੀਤੀ ਹੈ ਤੇ ਇਹਦਾ ਮਤਲਬ ਤਾਂ ਇਹੀ ਹੋਇਆ ਕਿ ਕੋਰਟ ਇਹ ਕੰਸੀਡਰ ਕਰਦੀ ਹੈ ਕਿ ਉਹ ਗਿਲਟੀ ਸੀਗੇ। ਡੱਕਾ ਦੌੜ ਕੇ ਦੂਰਾ ਨਹੀਂ ਕੀਤਾ, ਬਲਕਿ ਜਦੋਂ ਵੀ ਜਿਹੜੀ ਸਿਟ ਦੀ ਇਨਵੈਸਟੀਗੇਸ਼ਨ ਸੀ ਆਪਣੇ ਨਿਸ਼ਾਨੇ ਵੱਲ ਵੱਧਦੀ ਸੀ, ਉਹ 'ਚ ਕੋਈ ਨਾ ਕੋਈ ਵਿਘਨ ਪਾਇਆ ਗਿਆ। ਪਰ ਜਦੋਂ ਲਾਸਟ ਈਅਰ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਵਾਗਡੋਰ ਸੰਭਾਲੀ ਤਾਂ ਲੋਕਾਂ ਨੂੰ ਕੁਝ ਆਸ ਬੱਝੀ ਤੇ ਉਹ ਆਸ ਦੇ ਉੱਤੇ ਖਰੇ ਵੀ ਉਤਰੇ ਨੇ। ਸਰਦਾਰ ਭਗਵੰਤ ਸਿੰਘ ਮਾਨ ਨੇ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਬਿਲਕੁਲ ਫ੍ਰੀ ਹੈਂਡ ਛੱਡਿਆ ਤੇ ਉਹਨਾਂ ਨੂੰ ਕਿਹਾ ਕਿ ਇਸ ਦੇ ਵਿੱਚ ਜੋ ਵੀ ਅਸਲ ਦੋਸ਼ੀ ਨੇ ਸਬੂਤ ਚੁਟਾਏ ਜਾਣ, ਚਾਰਜ ਸ਼ੀਟ ਪੇਸ਼ ਕੀਤੀ ਜਾਵੇ ਤੇ ਲੋਕਾਂ ਨੂੰ ਜਿਹੜਾ ਉਹ ਇਨਸਾਫ ਮਿਲਣਾ ਚਾਹੀਦਾ ਹੈ। ਤੇ ਅੱਜ ਉਸ ਚੀਜ਼ ਦੀ ਆਸ ਵੀ ਬੱਝੀ ਹੈਗੀ ਹੈ। ਪਿਛਲੇ ਦਿਨੀ ਜਿਸ ਤਰੀਕੇ ਨਾਲ ਸਿਟ ਨੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਚਾਰਜ ਸ਼ੀਟ ਦਾਖਲ ਕੀਤੀ, ਜਿਸ ਦੇ ਉੱਤੇ ਅੱਜ ਅਗਾਊਂ ਜ਼ਮਾਨਤ ਤੇ ਫੈਸਲਾ ਸੁਣਾਉਂਦੇ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬਾਕੀ ਕੁਝ ਦੋਸ਼ੀਆਂ ਦੀ ਜਿਹੜੀ ਹੈ ਉਹ ਜ਼ਮਾਨਤ ਅਗਾਊਂ ਜ਼ਮਾਨਤ ਰੱਦ ਕੀਤੀ ਹੈਗੀ ਹੈ। ਲੋਕਾਂ ਨੂੰ ਆਸ ਬੱਝੀ ਹੈਗੀ ਹੈ ਕਿ ਇਸ ਜਿਹੜੀ ਘਟਨਾ ਦਾ ਜਿਹੜਾ ਹੈਗਾ ਇਨਸਾਫ ਜਿਹੜਾ ਲੋਕਾਂ ਨੂੰ ਜ਼ਰੂਰ ਮਿਲੇਗਾ। ਨਿਆਲੇ ਦੀ ਪ੍ਰਕਿਰਿਆ ਔਰ ਜਦੋਂ ਕੋਈ ਵੀ ਮਾਮਲਾ ਨਿਆਲੇ 'ਚ ਚੱਲ ਰਿਹਾ ਹੋਏ, ਸਾਨੂੰ ਦੇਸ਼ ਦੇ ਨਿਆਂਪਾਲਿਕਾ ਦੇ ਅੰਦਰ ਭਰੋਸਾ ਹੋਣਾ ਚਾਹੀਦਾ ਔਰ ਮੈਨੂੰ ਲੱਗਦਾ ਕਿ ਇਹਦੇ ਤੇ ਟਿੱਪਣੀ ਕਰਨਾ ਸਾਡਾ ਬਣਦਾ ਹੀ ਨਹੀਂ ਹੈ। ਨਿਆਲੇ ਦਾ ਜੋ ਵੀ ਫੈਸਲਾ ਆਏਗਾ ਸਭ ਨੂੰ ਮਨਜ਼ੂਰ ਕਰਨਾ ਚਾਹੀਦਾ। ਸੋ ਸਿਆਸੀ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਵਕੀਲਾਂ ਦਾ ਇਹ ਕਹਿਣਾ ਹੈ ਕਿ ਉਹ ਅਪੀਲ ਕਰਨਗੇ ਹਾਈ ਕੋਰਟ ਦੇ ਵਿੱਚ। ਇਸ ਦੇ ਵਿੱਚ ਕੁਝ ਵੀ ਨਵਾਂ ਨਹੀਂ ਹੈਗਾ। ਜਿਹੜੀ ਰਿਪੋਰਟ ਦਾਖਲ ਕੀਤੀ ਗਈ ਹੈ ਜਾਂ ਜਿਹੜੀ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ, ਕੋਈ ਨਵਾਂ ਐਵੀਡੈਂਸ ਨਹੀਂ ਹੈਗਾ ਉਹਨਾਂ ਦੇ ਖਿਲਾਫ ਔਰ ਇਸ ਨੂੰ ਚੈਲੰਜ ਕੀਤਾ ਜਾਵੇਗਾ ਇਸ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ। ਦੂਜੇ ਪਾਸੇ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਨੂੰ ਦੇਖਦਿਆਂ, ਹਾਲਾਂਕਿ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਮੰਤਰੀ ਨੇ ਅਮਨ ਅਰੋੜਾ, ਉਹ ਵੀ ਕਹਿ ਰਹੇ ਨੇ ਕਿ ਉਮਰ ਦੇ ਲਿਹਾਜ਼ ਦੇ ਨਾਲ ਅਦਾਲਤ ਨੇ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਨੂੰ ਰਾਹਤ ਦੇ ਦਿੱਤੀ ਹੈ, ਪਰ ਬਾਕੀ ਸਾਰੀ ਪ੍ਰਕਿਰਿਆ ਕਾਨੂੰਨ ਦੇ ਮੁਤਾਬਿਕ ਚੱਲ ਰਹੀ ਹੈ।